स्वागत। मैं हाँ शायना ते लैके हाज़र हाँ प्रोग्राम खास खबर एक नज़र। अज दे इस प्रोग्राम दे विच असी अज दियां ताज़ा तरीन सुर्खियां दी व्याख्या करांगे ते इन्हां खबरां दी पड़चोल करन दे लई हर रोज़ दी तरह एक माहिर जिहड़े ने वो साडे स्टूडियो दे विच पहुंच चुके ने। अज दे साडे माहिर मेहमान ने सीनियर पत्रकार अजीत अखबार तो अवतार सिंह शेरगिल जी। शेरगिल साहब बहुत बहुत स्वागत है जी सारिਆਂ ਦਾ ਮੇਰੇ ਵੱਲੋਂ जी। सो रुख कर लेने अज दी पहली खबर दे वल। हर रोज़ की तरह पहला झात मारांगे करोना महामारी दे उत्ते। सो करोना की जे स्थिति ताज़ी देखी जाए तो विश्व दे विच 81 लाख तो पार जड़े ने ये करोना के जड़े मामले ने पहुँच चुके हैं। भारत दे विच 3.5 लाख के करीब पहुँच चुके हैं तो पंजाब की जे गल करिए तो 3500 के करीब ये मामला पहुँच चुका है। किस तरह वेखदे हो इस खबर नूं? करोना वाला जड़ा केस आ ये हौली हौली विराट रूप धारण कर रहा है, जड़ा कि चीन तो उठिया, यूरोप तो फैल के पश्चिमी देशों वाल कनेडा अमेरिका तो होकर हुण इस वेले उहदा केंद्र जड़ा एशिया बन चुका है जी, जिहदे विच मुख तौर पर भारत और नाल पाकिस्तान भी है जिहदे विच आ रहा। बिल्कुल। पर पाकिस्तान नालों काफ़ी वध गिणती भारत की है, पर देखा जाए तो वर्ल्ड के मुकाबले पूरे विश्व के मुकाबले फिर भी हाल की घड़ी जी भारत की स्थिति बहुत ही बेहतर आ। ਜਿਹਦੇ ਵਿੱਚ ਹੁਣ ਜੇ ਅੰਕੜੇ ਦਾ ਹਿਸਾਬ ਲਾਈਏ ਤਾਂ ਉਹਦੇ ਵਿੱਚ ਇਹ ਆ ਕਿ ਪਿਛਲੇ ਦਿਨੀ ਇਹ ਵੀ ਆਇਆ ਸੀਗਾ ਕਿ ਅੱਧੇ ਤੋਂ ਵੱਧ ਜਿਹੜੇ ਐਕਟਿਵ ਕੇਸਾਂ ਨਾਲੋਂ ਜਿਹੜੇ ਠੀਕ ਹੋਣ ਦੀ ਗਿਣਤੀ ਉਹ ਵੱਧ ਆ। ਭਾਵ ਕਿ ਹੁਣ ਜਿਹੜੀ ਕੱਲ੍ਹ ਦੀ ਇਹਦਾ ਅੰਕੜਾ ਆ 52% ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 52% ਦੇ ਦਰ ਨਾਲ ਵੱਧ ਰਹੀ ਆ ਔਰ ਇਹ ਬਹੁਤ ਅੱਛੀ ਗੱਲ ਵੀ ਹੈ ਜਿਹਦੇ ਲਈ ਕਾਫੀ ਹੱਦ ਤੱਕ ਪ੍ਰयास ਔਰ ਕਾਫੀ ਕੋਸ਼ਿਸ਼ਾਂ ਸਰਕਾਰਾਂ ਵੱਲੋਂ ਵੀ ਹੋ ਰਹੀਆਂ ਹਨ। ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਇਹ ਆਪਣਾ ਰੂਪ ਹੁਣ ਕਈ ਵਾਰੀ ਤਾਂ ਜਿਹੜੇ ਸਾਇੰਟਿਸਟ ਆ ਜਿਹੜੇ ਵਿਗਿਆਨੀ ਕਹਿ ਰਹੇ ਆ ਕਿ ਜੁਲਾਈ ਐਂਡ ਤੱਕ ਇਹਦਾ ਵਿਰਾਟ ਰੂਪ ਹੋਰ ਵੱਧ ਜਾਏਗਾ, ਬੜਾ ਵਿਕਰਾਲ ਰੂਪ ਧਾਰ ਲਵੇਗਾ। ਉਸ ਤੋਂ ਬਾਅਦ ਇੱਕ ਰਿਪੋਰਟ ਆਉਂਦੀ ਹੈ ਕਿ ਨਵੰਬਰ ਦੇ ਅੱਧ ਤੱਕ ਇਹ ਪੂਰੀ ਤਰ੍ਹਾਂ ਆਪਣਾ ਮਾਰ ਦਿਖਾਏਗਾ ਜੀ। ਕਾਰਨ ਇਹ ਆ ਕਿ ਹੁਣ ਜਿਹੜਾ 6 ਮਹੀਨੇ ਦਾ ਅਗਲਾ ਸਮਾਂ ਆ ਜਿਹਦੇ ਵਿੱਚ ਹੁਣ ਮੌਨਸੂਨ ਵੀ ਆਉਣਾ ਆ, ਗਰਮੀਆਂ ਦੇ ਨਾਲ ਮੌਨਸੂਨ ਸ਼ੁਰੂ ਹੋਣਾ ਹੈ। ਮੌਨਸੂਨ ਦੇ ਵਿੱਚ ਵੀ ਇਹਦਾ ਮਲੇਰੀਆ ਦਾ ਵੀ ਵਧਣ ਦਾ ਖਦਸ਼ਾ ਹੁੰਦਾ ਤੇ ਨੈਚੁਰਲੀ ਇਹਦਾ ਵੀ ਵਧਣ ਦਾ ਖਦਸ਼ਾ ਹੈਗਾ। ਪਰ ਜਦੋਂ ਹੁਣ ਉਹਨੂੰ ਕੰਟਰੋਲ ਕਰਦਿਆਂ ਤਾਲਾਬੰਦੀ ਦੇ ਦੌਰਾਨ ਬਹੁਤ ਵਧੀਆ ਆਪਣਾ ਪੋਜੀਸ਼ਨ ਰਹੀ ਆ ਦੇਸ਼ ਦੀ ਔਰ ਸਾਰੇ ਵਰਲਡ ਦੇ ਮੁਲਕਾਂ ਨੇ ਇਸ ਨੂੰ ਸਰਾਹਿਆ ਵੀ ਸੀ ਔਰ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਵੀ ਕੀਤੀ ਸੀ ਕਿ ਸਮੇਂ ਸਿਰ ਰਹਿੰਦਿਆਂ ਇਹਨਾਂ ਨੇ ਜਿਹੜੀ ਇਹ ਤਾਲਾਬੰਦੀ ਕਰ ਲਈ ਆ ਜਿਹਨੂੰ ਇਹ ਕਾਫੀ ਹੱਦ ਤੱਕ ਕੰਟਰੋਲ ਕਰਨ 'ਚ ਕਾਮਯਾਬ ਰਹੇ ਹਨ। ਉਸ ਦੇ ਬਾਅਦ ਜਦੋਂ ਤਾਲਾਬੰਦੀ ਖੋਲ੍ਹੀ ਗਈ ਆ ਪਰ ਉਹਦੇ ਵਿੱਚ ਲੋਕਾਂ ਦਾ ਜਿਹੜਾ ਸਹਿਯੋਗ ਬਹੁਤ ਜ਼ਰੂਰੀ ਸੀ, ਜਿਹਦੇ ਵਿੱਚ ਸਰਕਾਰ ਨੇ ਵੀ ਕਿਹਾ ਸੀਗਾ ਕਿ ਇਹ ਤਾਲਾਬੰਦੀ ਤਾਂ ਹੀ ਖੋਲ੍ਹ ਰਹੇ ਆ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਜੀ। ਪਰ ਉਹਦੇ ਵਿੱਚ ਆਪਾਂ ਤਾਂ ਹੀ ਕਰੋਨਾ ਨੂੰ ਕਾਬੂ ਪਾ ਸਕਦੇ ਹਾਂ ਜੇ ਆਪਾਂ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ, ਡਾਕਟਰਾਂ ਦੀ ਜਿਹੜੀ ਸਲਾਹਾਂ ਆ, ਸੋਸ਼ਲ ਡਿਸਟੈਂਸਿੰਗ ਔਰ ਮਾਸਕ ਪਹਿਨਣਾ ਔਰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹਰ ਪੱਖੋਂ, ਉਹ ਜੇ ਮੰਨਾਂਗੇ ਤਾਂ ਹੀ ਕਰੋਨਾ ਨੂੰ ਮਾਤ ਪਾਵਾਂਗੇ। ਫਿਲਹਾਲ ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਭਾਰਤ ਦੀ ਸਥਿਤੀ ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਕਾਫੀ ਹੱਦ ਤੱਕ ਬਾਕੀ ਮੁਲਕਾਂ ਨਾਲੋਂ ਠੀਕ ਹੈ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਟੈਸਟਿੰਗ ਵੱਧ ਰਹੀ ਹੈ ਤੇ ਕੇਸ ਵੀ ਨੈਚੁਰਲੀ ਵੱਧ ਰਹੇ ਆ ਔਰ ਸਭ ਤੋਂ ਵੱਧ ਕੇਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ ਮਹਾਰਾਸ਼ਟਰ ਦੇ ਵਿੱਚ ਪਹਿਲੇ ਨੰਬਰ ਤੇ ਆ, ਦੂਸਰੇ ਨੰਬਰ ਤੇ ਤਮਿਲਨਾਡੂ ਆ ਜਾਂਦਾ ਤੇ ਤੀਸਰੇ ਨੰਬਰ ਤੇ ਸਾਡੀ ਜਿਹੜੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇਸ ਵੇਲੇ ਬਹੁਤ ਹਾਲਤ ਬਦਤਰ ਹੋਈ ਪਈ ਹੈ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਵੀ ਜਿਹੜੀ ਹੁਣ ਉਹ ਕੇਸ ਆਉਣ ਦੀ ਔਰ ਮੌਤਾਂ ਦੀ ਜਿਹੜੀ ਗਿਣਤੀ ਆ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਰੋਜ਼ਾਨਾ ਆਪਾਂ ਪਿਛਲੇ 4-5 ਦਿਨ ਦਾ ਜੇ ਆਪਾਂ ਅੰਕੜਾ ਦੇਖੀਏ ਤਾਂ ਘੱਟੋ ਘੱਟ 5-6 ਮੌਤਾਂ ਔਸਤ ਦੇ ਹਿਸਾਬ ਨਾਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਅੱਜ ਤੁਸੀਂ ਦੇਖਿਆ ਹੋਣਾ ਪਿਆ ਇੱਕ ਸੀਨੀਅਰ ਇੰਜੀਨੀਅਰ ਵੀ ਜਿਹੜਾ ਰੇਲਵੇ ਮੰਡਲ ਦਾ ਹੈ ਉਹ ਵੀ ਇਸ ਕਰੋਨਾ ਦੀ ਭੇਟ ਚੜ੍ਹ ਗਿਆ। ਔਰ ਵੱਡੀ ਗੱਲ ਇਹ ਆ ਕਿ ਜਿਹੜੀ 1962 ਦੀ ਜੰਗ ਦਾ ਹੀਰੋ ਸੀਗਾ ਜਾਂ ਮਹਾਵੀਰ ਚੱਕਰ ਪ੍ਰਾਪਤ ਸੀ ਜਿਹਨੂੰ ਜੇਤੂ ਸੀ ਉਹ ਵੋਰਾ, ਲੈਫਟੀਨੈਂਟ ਜਨਰਲ ਵੋਰਾ, ਉਹ ਵੀ ਕੱਲ ਕਰੋਨਾ ਦੀ ਭੇਟ ਚੜ੍ਹ ਗਏ ਆ। ਸੋ ਇਹਦੇ ਲਈ ਇਸੇ ਤਰ੍ਹਾਂ ਇਹਨੂੰ ਜੇ ਆਪਾਂ ਕਾਬੂ ਪਾਉਣਾ ਆ ਤਾਂ ਇਹਦੇ ਲਈ ਜਿਹੜਾ ਆਪਾਂ ਨੂੰ ਗਾਈਡਲਾਈਨਸ ਔਰ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਨਾ ਪਵੇਗਾ। ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਆ ਕਿਉਂਕਿ ਸਰਕਾਰ ਨੇ ਤਾਂ ਜੋ ਆਪਣੇ ਪੱਖੋਂ ਕਰਨਾ ਸੀ ਉਹ ਕਰਤਾ ਆ। ਉਹਨਾਂ 2 ਮਹੀਨੇ ਬੰਦ ਕਰਕੇ ਦੇਖ ਲਿਆ ਪਰ ਜ਼ਿਆਦਾ ਲੰਮਾ ਸਮਾਂ ਦੇਸ਼ ਬੰਦ ਵੀ ਨਹੀਂ ਕੀਤਾ ਜਾ ਸਕਦਾ ਜੀ। ਸੋ ਜਿੱਥੇ ਇੱਕ ਪਾਸੇ ਕਰੋਨਾ ਸੰਕਟ ਜਿਹੜਾ ਉਹ ਗਹਿਰਾਇਆ ਹੋਇਆ ਪੂਰੀ ਦੁਨੀਆ ਦੇ ਉੱਤੇ ਔਰ ਚੀਨ ਦੇ ਵਿੱਚ ਵੀ ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਸੰਕਟ ਜਿਹੜਾ ਦੁਬਾਰਾ ਜਿਹੜਾ ਗਹਿਰਾ ਸਕਦਾ ਹੈ, ਪਰ ਇਸ महामारी ਦੇ ਦੌਰ ਵਿੱਚ ਵੀ ਜਿਹੜਾ ਚੀਨ ਹੈ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਉਹਦੇ ਕਰਕੇ ਜਿਹੜਾ ਸਰਹੱਦ ਹੈ ਭਾਰਤ ਤੇ ਚੀਨ ਦੀ ਉਹਦੇ ਉੱਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਕੱਲ ਇੱਕ ਵੱਡੀ ਜਿਹੜੀ ਅਸੀਂ ਖਬਰ ਦੇਖੀ ਅੱਜ ਸਵੇਰ ਦੀ ਸੁਰਖੀ ਹੈ ਕਿ 20 ਜਿਹੜੇ ਨੇ ਭਾਰਤੀ ਫੌਜੀ ਉਹ ਸ਼ਹੀਦ ਹੋ ਗਏ ਨੇ ਗੋਲੀਬਾਰੀ ਦੌਰਾਨ। ਸੋ ਕੀ ਕਹਿਣਾ ਚਾਹੋਗੇ? ਇਹ ਬਹੁਤ ਹੀ ਮੰਦਭਾਗੀ ਘਟਨਾ ਆ ਜਿਹੜੀ ਕਿ ਰੋਕੀ ਵੀ ਜਾ ਸਕਦੀ ਸੀ ਔਰ ਇਹ ਨਹੀਂ ਪੇ ਰੋਕਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ, ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਵੀ ਜਾਰੀ ਵੀ ਹਨ ਔਰ ਕੀਤੀਆਂ ਵੀ ਜਾਂਦੀਆਂ ਰਹੀਆਂ ਹਨ ਜੀ। ਪਰ 4-5 ਹਫ਼ਤਿਆਂ ਦਾ ਜਿਹੜਾ ਇਹ ਰੇੜਕਾ ਇਹੋ ਜਿਹੇ ਖੂਨੀ ਪੜਾਅ ਤੇ ਆ ਨਿਬੜੇਗਾ ਇਹ ਕਿਸੇ ਨੇ ਕਿਆਸ ਵੀ ਨਹੀਂ ਸੀ ਲਾਇਆ। ਜਿਹੜੇ 20 ਜਵਾਨ ਭਾਰਤ ਦੇ ਬਹੁਤ ਹੀ ਭਾਰਤ ਦੀ ਪ੍ਰਭੂਸੱਤਾ ਔਰ ਅਖੰਡਤਾ ਨੂੰ ਕਾਇਮ ਰੱਖਦਿਆਂ ਹੋਇਆਂ
ਦੇਸ਼ ਤੇ ਆਪਾਂ ਵਾਰ ਗਏ ਹਨ, ਉਹਨਾਂ ਨੂੰ ਪਹਿਲਾਂ ਤਾਂ ਸਲਾਮ ਆ। 20 ਜਵਾਨ ਸ਼ਹੀਦ ਹੋ ਗਏ ਆਪਣੇ, ਤੇ ਭਾਰਤ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦਾ ਵੀ ਅਸੀਂ 43 ਜਵਾਨਾਂ ਨੂੰ ਜਾਂ ਤਾਂ ਮਾਰ ਮੁਕਾਇਆ ਹੈ ਜਾਂ ਫਿਰ ਉਹਨਾਂ ਦੇ ਗੰਭੀਰ ਹਾਲਤ ਜ਼ਖਮੀ ਹੋਏ ਹਨ। ਉੱਥੇ ਗੱਲ ਇਹ ਆਉਂਦੀ ਆ ਕਿ ਜਿਹੜੀ ਲਦਾਖ ਦੇ ਵਿੱਚ ਸਥਿਤ ਆ LAC ਲਾਈਨ ਆਫ ਐਕਚੁਅਲ ਕੰਟਰੋਲ ਆ, ਉਹ ਹਾਲਤ ਇਸ ਤਰ੍ਹਾਂ ਹੈ ਸਾਡੇ ਜਿਹੜੇ ਜਵਾਨਾਂ ਨੂੰ ਉੱਥੇ 2 ਦੁਸ਼ਮਣਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾ ਤਾਂ ਦਿਸਦਾ ਪਿਆ ਦੁਸ਼ਮਣ ਜਿਹੜਾ ਚੀਨੀ ਫੌਜ ਆ, ਦੂਜਾ ਦੁਸ਼ਮਣ ਜਿਹੜਾ ਉਹਨਾਂ ਨੂੰ ਹੈ ਉਹ ਮੌਸਮ ਦਾ ਬਹੁਤ ਵੱਡਾ ਦੁਸ਼ਮਣ ਆ ਉੱਥੇ, ਜਿਹੜਾ ਕਿ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਉਹ ਦੱਸਣ ਦੇ ਮੁਤਾਬਕ ਫੌਜੀ ਅਧਿਕਾਰੀਆਂ ਨੇ ਜੋ ਰਾਤ ਦੱਸਿਆ ਕਿ 3 ਜਵਾਨ ਤਾਂ ਜਿਹੜੇ ਜਿਨ੍ਹਾਂ ਵਿੱਚ ਇੱਕ ਕਰਨਲ ਲੈਵਲ ਦਾ ਰੈਂਕ ਦਾ ਜਿਹੜਾ ਅਫਸਰ ਸੀਗਾ, ਉਹ 3 ਜਵਾਨ ਤਾਂ ਉਦੋਂ ਸ਼ਹੀਦ ਹੋ ਗਏ ਸੀ। ਘਟਨਾ ਤਾਂ ਰਾਤ 12 ਤੋਂ ਲੈ 2 ਵਜੇ ਦੇ ਵਿੱਚ ਦੀ ਆ, ਪਰ ਉਸ ਤੋਂ ਬਾਅਦ ਹੌਲੀ ਹੌਲੀ ਸ਼ਾਮ ਨੂੰ ਜਦੋਂ ਇਹ ਕਲੀਅਰ ਹੋਇਆ ਕਿ 17 ਜਵਾਨ ਹੋਰ ਸ਼ਹੀਦ ਹੋਏਗਾ। ਉਹ ਕਿਵੇਂ ਹੋਏ ਵੀ ਉਹਨਾਂ ਦੇ ਗੰਭੀਰ ਸੱਟਾਂ ਵਗੈਰਾ ਲੱਗੀਆਂ ਸੀ, ਜਿਹੜੇ ਕਿ ਤਾਪਮਾਨ 0 ਤੋਂ ਵੀ ਹੇਠਾਂ ਚਲੇ ਗਿਆ, ਜਿਹਦਾ ਉਹ ਆਪਣੇ ਜਿਹੜੀਆਂ ਸੱਟਾਂ ਦਾ ਤਾਪ ਨਹੀਂ ਝੱਲ ਪਾਏ। ਪਰ ਵੱਡੀ ਗੱਲ ਇਹ ਆ ਕਿ ਉੱਥੇ ਜਿਹੜਾ 1962 ਦੇ ਵਿੱਚ ਜੰਗ ਹੋਈ ਸੀ, ਉਹਦਾ ਵੀ ਮੂਲ ਕਾਰਨ ਗਲਵਾਨ ਘਾਟੀ ਜਿੱਥੇ ਕੱਲ੍ਹ ਲੜਾਈ ਹੋਈ ਆ, ਇਸੇ ਤੋਂ ਹੀ ਜੰਗ ਦਾ ਜਿਹੜਾ ਮੁੱਢ ਵੱਜਾ ਸੀਗਾ। ਹੁਣ ਉਹ ਇਹੋ ਜਿਹੀ ਜਿਹੜੀ ਗਲਵਾਨ ਘਾਟੀ ਆ ਵੀ ਜਿੱਥੇ 15,000 ਫੁੱਟ ਦੀ ਉਚਾਈ ਤੇ ਸਾਡੇ ਜਵਾਨ ਤੈਨਾਤ ਹੈ, ਔਰ ਕਿੰਨਾ ਮੁਸ਼ਕਲਾਂ ਦੇ ਹਾਲਾਤਾਂ ਦੇ ਵਿੱਚ ਉਹ ਤੈਨਾਤ ਹਨ, ਇਹ ਤਾਂ ਵਿਚਾਰੇ ਉਹੀ ਜਾਣਦੇ ਹਨ। ਉਸ ਦੇ ਬਾਵਜੂਦ ਹੀ ਸਾਡੇ ਉਸ ਦੇਸ਼ ਦੀ ਰਾਖੀ ਕਰ ਰਹੇ ਹਨ, ਇਹ ਬਹੁਤ ਵੱਡੀ ਗੱਲ ਆ। ਤੇ ਪਰ ਉੱਥੇ ਜਿਹੜੀਆਂ ਝੜਪਾਂ ਹੁੰਦੀਆਂ ਰਹੀਆਂ, ਪਿਛਲੇ 4-5 ਮਈ ਤੋਂ ਸ਼ੁਰੂ ਹੋਇਆ ਕੰਮ, ਇਹ ਇਸ ਵੇਲੇ 15 ਜੂਨ ਤੱਕ ਪਹੁੰਚ ਗਿਆ, ਜਿਹਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਫਿਰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਆ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਫੌਜਾਂ ਡੀਐਸਕੇਲੇਟ ਹੋ ਜਾਣਗੀਆਂ, ਆਪੋ ਆਪਣੇ ਟਿਕਾਣੇ ਤੇ ਵਾਪਸ ਮੁੜ ਜਾਣਗੀਆਂ। ਫਿਰ ਮੇਜਰ ਜਨਰਲ ਰੈਂਕ ਦੀ ਗੱਲਬਾਤ ਹੋਈ ਆ। ਉਸ ਤੋਂ ਬਾਅਦ ਪਿਛਲੇ ਸ਼ਨੀਵਾਰ ਸਾਡੇ ਫੌਜ ਮੁਖੀ ਨਰਵਾਣੇ ਜੀ ਕਹਿ ਰਹੇ ਆ ਕਿ ਹੁਣ ਜਿਹੜਾ ਲਦਾਖ ਵਿੱਚ ਜਿਹੜੀ ਸਥਿਤੀ ਆ ਉਹ ਕਾਬੂ ਹੇਠ ਆ। ਉਸ ਤੋਂ ਬਾਅਦ ਜਦੋਂ ਸੋਮਵਾਰ ਦੀ ਇਹ ਘਟਨਾ ਵਾਪਰਦੀ ਆ ਤੇ ਪੂਰੀ ਤਰ੍ਹਾਂ ਅਚੰਭਾ ਹੋ ਜਾਂਦਾ ਕਿ ਇਹ ਘਟਨਾ ਕਿਵੇਂ ਵਾਪਰ ਗਈ। ਇੱਕ ਮਾਮੂਲੀ ਝੜਪਾਂ ਤਾਂ ਨੈਚੁਰਲੀ ਹੁੰਦੀਆਂ ਰਹਿੰਦੀਆਂ ਆ। ਤੁਹਾਨੂੰ ਯਾਦ ਹੋਏਗਾ ਪਿਛਲੀ ਵਾਰ ਜਦੋਂ ਸਿੱਕਮ ਡੋਕਲਾਮ ਦਾ ਜਿਹੜਾ ਰਿੜਕਾ ਪਿਆ ਸੀ, ਉਹ ਘੱਟੋ ਘੱਟ ਨਹੀਂ ਤਾਂ 73 ਦਿਨ ਚੱਲਿਆ ਸੀ। ਉੱਥੇ ਵੀ ਇਹੋ ਜਿਹੀਆਂ ਝੜਪਾਂ ਮਾਮੂਲੀ ਹੁੰਦੀਆਂ ਰਹਿੰਦੀਆਂ ਸੀਗੀਆਂ। ਕੋਈ ਜ਼ਖਮੀ ਹੋ ਗਿਆ ਸੀ, ਕੋਈ, ਪਰ ਕੈਜੁਅਲਟੀ ਦੇ ਹਿਸਾਬ ਨਾਲ ਮੌਤ ਕਿਸੇ ਦੀ ਨਹੀਂ ਸੀ ਹੋਈ। ਪਰ ਜਿਹੜਾ ਇਹ ਨੁਕਸਾਨ ਹੋਇਆ, ਇਹ ਬਹੁਤ ਵੱਡਾ ਨੁਕਸਾਨ ਹੋਇਆ। ਇਹਦੇ ਨਾਲ ਇਹ ਆ ਕਿ ਹੁਣ ਸਰਕਾਰ ਨੂੰ ਜਿਹੜਾ ਆਪਣੀ ਰਣਨੀਤੀ ਦੇ ਵਿੱਚ, ਆਪਣੀ ਜਿਹੜੀ ਕੂਟਨੀਤੀ ਦੇ ਵਿੱਚ ਉਹ ਕੁਛ ਨਾ ਕੁਛ ਬਦਲਾਵ ਕਰਕੇ ਇਹਨੂੰ ਮਜ਼ਬੂਤੀ ਦੇ ਨਾਲ ਚੀਨ ਦੇ ਅੱਗੇ ਖੜਨਾ ਪਊਗਾ। ਉਹਨੂੰ ਉਸ ਤਰੀਕੇ ਨਾਲ ਕੂਟਨੀਤਿਕ ਤੌਰ ਤੇ ਜਵਾਬ ਦੇਣਾ ਪਊਗਾ, ਕਿਉਂਕਿ ਜੇ ਆਪਾਂ ਜੰਗ ਦੇ ਪੱਖੋਂ ਦੇਖੀਏ ਤਾਂ ਜੰਗ ਦੋਹਾਂ ਮੁਲਕਾਂ ਲਈ ਇਹ ਠੀਕ ਨਹੀਂ ਹੈ, ਕਿਉਂਕਿ ਵਿਸ਼ਵ ਦੇ ਜਿਹੜੇ ਜੇ ਆਪਾਂ ਦੇਖੀਏ 7 ਅਰਬ ਦੇ ਕਰੀਬ ਜਿਹੜੀ ਆਬਾਦੀ ਆ, ਉਹਨਾਂ ਦੇ ਵਿੱਚੋਂ ਅੱਧੀ ਆਬਾਦੀ ਇਹ ਦੋਹਾਂ ਮੁਲਕਾਂ ਦੀ ਆ। ਤੇ ਦੋਹਾਂ ਮੁਲਕਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ। ਇਹ 1965 ਵਾਲੇ ਹਾਲਾਤ ਨਹੀਂ ਹਨ ਤੇ ਜੋ ਹੁਣ ਉਦੋਂ ਸੀਗੇ, ਭਈ ਜੋ ਹੁੰਦਾ ਸੀ, ਕਿਉਂਕਿ ਟੈਕਨੋਲੋਜੀ ਬਹੁਤੀ ਹੈ ਨਹੀਂ ਸੀ ਉਦੋਂ। ਜਿਹੜੀ ਹੁਣ ਦੀ ਟੈਕਨੋਲੋਜੀ ਆ, ਇਹ ਬਹੁਤ ਮਾਰੂ ਟੈਕਨੋਲੋਜੀ ਆ, ਔਰ ਇਹਦੇ ਵਿੱਚ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਤੇ ਜਿੱਥੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਕਿ ਹਾਲਾਤ ਜਿਉਂਦੇ ਤਿਉਂ ਬਣੇ ਰਹਿਣ, ਸ਼ਾਂਤੀ ਬਣੀ ਰਹੇ, ਤੇ ਜਿੱਦਾਂ ਦੇ ਹਾਲਾਤ ਆ ਉੱਥੇ ਫੌਜੀ ਜਵਾਨਾਂ ਦੇ ਪਹਿਲਾਂ ਸੀਗੇ ਉਸ ਤਰ੍ਹਾਂ ਬਣੇ ਰਹਿਣ। ਇਸ ਤੋਂ ਅਗਲੀ ਗੱਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ, ਇਹ ਆ ਕਿ ਉੱਥੇ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਆ, ਜਿਹੜੇ ਫਰੰਟ ਲਾਈਨ ਤੇ ਖੜੇ ਹੁੰਦੇ ਆ ਜਵਾਨ, ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦੇ ਕੋਈ ਵੀ। ਇਹ ਇਹਨਾਂ ਦਾ ਭਾਰਤ ਚੀਨ ਦਾ ਸਮਝੌਤਾ ਹੋਇਆ ਸੀਗਾ। ਪਰ ਉਸ ਦੇ ਬਾਵਜੂਦ ਵੀ ਕੱਲ ਉਹਨਾਂ ਨੇ ਪੱਥਰਾਂ, ਰੋਡਾਂ ਤੇ ਡੰਡਿਆਂ ਨਾਲ ਇਸ ਤਰੀਕੇ ਨਾਲ ਹਮਲਾ ਕਰਤਾ ਕਿ ਸਾਡੇ ਜਿਹੜੇ 20 ਜਵਾਨ, ਔਰ ਜ਼ਖਮੀ ਦੀ ਹਜੇ ਪਤਾ ਨਹੀਂ ਗਿਣਤੀ ਕਿੰਨੀ ਕੁ ਹੋਊਗੀ। ਇੱਕ ਪ੍ਰਤੱਖਦਰਸ਼ੀ ਜਿਹੜਾ ਫੌਜ ਦਾ ਅਧਿਕਾਰੀ ਆ, ਉਹ ਵੀ ਦੱਸ ਰਿਹਾ ਸੀਗਾ ਕਿ ਕਾਫੀ ਗਿਣਤੀ ਵਿੱਚ ਜਵਾਨ ਜਿਹੜੇ ਉਹ ਨਦੀ ਦੇ ਵਿੱਚ ਜਾਂ ਤਾਂ ਛਾਲ ਮਾਰ ਗਏ ਜਾਂ ਡਿੱਗ ਪਏ, ਉਹਨਾਂ ਦੇ ਵੀ ਔਰ ਸਾਡੇ ਵੀ, ਪਰ ਉਹਨਾਂ ਦਾ ਵੀ ਹਜੇ ਪਤਾ ਲਗਾ ਰਹੇ ਹਨ। ਪਰ ਇਹੋ ਜਿਹੇ ਹਾਲਾਤ ਵਿੱਚ ਜੇ ਆਪਾਂ ਕਹੀਏ ਕਿ ਜੰਗ ਦਾ ਮਾਹੌਲ ਬਣਨਾ ਇਹ ਚੰਗੀ ਗੱਲ ਨਹੀਂ, ਕਿਉਂਕਿ ਇੱਕ ਪਾਸੇ ਤਾਂ ਕਰੋਨਾ ਦਾ ਮਾਰ ਜਿਹੜੀ ਚੀਨ ਦੇ ਉੱਤੇ ਪੈ ਰਹੀ ਆ, ਕਿਉਂਕਿ ਪੂਰੇ ਵਰਲਡ ਦੀ ਨਿਗਾਹ ਇਸ ਵੇਲੇ ਚੀਨ ਦੇ ਉੱਤੇ ਆ ਵੀ ਕਰੋਨਾ ਉਹਨੇ ਪੈਦਾ ਕੀਤਾ ਤੇ ਪੂਰੇ ਵਰਲਡ 'ਚ ਫੈਲਾਇਆ। ਉਹ ਆਪਣੇ ਆਪ ਨੂੰ ਡੈਮੇਜ ਕੰਟਰੋਲ ਕਰਦਾ ਹੋਇਆ, ਆਪਣੇ ਆਪ ਨੂੰ ਇਹ ਸ਼ੋਅ ਕਰਦਾ ਹੋਇਆ ਵੀ ਮੈਂ ਨਹੀਂ ਠੀਕ ਆ, ਉਹ ਆਪਣੀ ਤਾਕਤ ਵਿਖਾਉਂਦਾ ਹੋਇਆ ਭਾਰਤ ਨਾਲ ਪੰਗਾ ਲੈ ਰਿਹਾ, ਸ਼ੁਰੂ ਤੋਂ ਲੈ ਰਿਹਾ, ਪਹਿਲਾਂ ਤੋਂ ਲੈ ਰਿਹਾ ਹੈ। ਤੇ ਇਹ ਨਵੀਂ ਗੱਲ ਨਹੀਂ ਸੀ, ਪਰ ਜਿਹੜਾ ਕੱਲ ਦਾ ਨੁਕਸਾਨ ਜਿਹੜਾ ਹੋਇਆ, ਇਹ ਭਾਰਤ ਲਈ ਬਹੁਤ ਹੀ ਅਨਕੰਟਰੋਲੇਬਲ ਨੁਕਸਾਨ ਹੈ ਜੀ। ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦੇ ਵੱਲ। ਪ੍ਰਧਾਨ ਮੰਤਰੀ ਮੋਦੀ ਦੀ ਕੱਲ ਜਿਹੜੀ ਗੱਲਬਾਤ ਹੋਈ ਹੈ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਉਹਦੇ ਵਿੱਚ 2 ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ। ਪਹਿਲੀ ਤਾਂ ਪੰਜਾਬ ਦੀ ਜਿਹੜੀ ਆ ਉਹ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ, ਕਿਉਂਕਿ ਜਿਹੜੀ ਕਰੋਨਾ ਨੂੰ ਲੈ ਕੇ ਰਣਨੀਤੀ ਬਣਾਈ ਹੈ ਉਹਦੇ ਬਾਰੇ ਉਹਨਾਂ ਨੇ ਕਾਫੀ ਗੱਲ ਕੀਤੀ ਹੈ। ਦੂਸਰੇ ਪਾਸੇ ਉਹਨਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇੱਕ ਗੱਲ ਹੋਰ ਕਹੀ ਹੈ ਕਿ ਇਸ ਵੇਲੇ ਆਰਥਿਕ ਸਥਿਤੀ ਦੇ ਉੱਤੇ ਜਿਹੜਾ ਉਹ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਪਹਿਲੀ ਗੱਲ ਤਾਂ ਮੈਂ ਪੰਜਾਬ ਤੋਂ ਸ਼ੁਰੂ ਕਰਾਂਗਾ ਜੀ। ਜਿਹੜੀ ਪੰਜਾਬ ਦੀ ਉਹਨਾਂ ਨੇ ਸ਼ਲਾਘਾ ਕੀਤੀ ਹੈ, ਉਹ ਇਸ ਕਰਕੇ ਕੀਤੀ ਆ ਕਿ ਪੰਜਾਬ ਨੇ ਹਜੇ ਪਰਸੋਂ ਚੌਥੀ ਇੱਕ ਐਪ ਦੂਜੀ ਬਣਾਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ
ਤੇ 30 ਸਾਲ ਤੋਂ ਉੱਪਰ ਦੇ ਜਿਹੜੇ ਵੀ ਆਪਣੇ ਨਾਗਰਿਕ ਆ ਪੰਜਾਬ ਦੇ, ਉਹਨਾਂ ਦਾ ਸਾਰਿਆਂ ਦਾ ਸਰਵੇਲੈਂਸ ਕਰਕੇ ਘਰ ਘਰ ਜਾ ਕੇ ਨਾ ਉਹਨਾਂ ਦੀਆਂ ਟੈਸਟ ਵਗੈਰਾ, ਉਹਨਾਂ ਦੇ ਜੋ ਵੀ ਲੱਛਣ ਜਿਸ ਤਰ੍ਹਾਂ ਦੇ ਵੀ ਪਾਏ ਜਾਣਗੇ ਉਸ ਤਰ੍ਹਾਂ ਉਹਨਾਂ ਟੈਸਟ ਕਰਕੇ ਇੱਕ ਪ੍ਰੋਫਾਈਲ ਟਾਈਪ ਬਣਾਤੀ ਜਾਵੇਗੀ ਕਿ ਕਿਸੇ ਵੀ ਬਲਾਕ ਦੇ ਵਿੱਚ, ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਇੰਨੇ ਟੈਸਟਿੰਗ ਹੋਈ ਤਾਂ ਇੰਨੇ ਉਹਨਾਂ ਚੋਂ ਠੀਕ ਪਾਏ ਗਏ। ਔਰ ਇਹ ਬਹੁਤ ਵਧੀਆ ਉਪਰਾਲਾ ਆ। ਮੇਰੇ ਖਿਆਲ ਸ਼ਾਇਦ ਇਸ ਤੋਂ ਪਹਿਲਾਂ ਦਿੱਲੀ ਨੇ ਵੀ ਕੀਤਾ ਸੀ ਸ਼ੁਰੂ, ਪਰ ਉਹ ਕਿਸ ਹੱਦ ਤੱਕ ਗਿਆ ਉਹ ਅਜੇ ਪਤਾ ਨਹੀਂ ਲੱਗ ਸਕਿਆ। ਪਰ ਪੰਜਾਬ ਨੇ ਜਿਹੜਾ ਸ਼ੁਰੂ ਕੀਤਾ ਆ, ਇਹ ਪਰਸੋਂ ਚੌਥੀ ਅਜੇ ਐਪ ਕੀਤੀ ਸੀ ਬਣਾਈ ਇਹਨਾਂ ਨੇ ਜੀ। ਉਸੇ ਕਰਕੇ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸ਼ਲਾਘਾ ਕੀਤੀ ਔਰ ਕਿਹਾ ਵੀ ਕਿ ਪੰਜਾਬ ਵਾਲਾ ਮਾਡਲ ਜੇ ਹੋਰ ਸਟੇਟ ਵੀ ਅਪਣਾਉਣ ਤਾਂ ਹੋ ਸਕਦਾ ਇਹਨੂੰ ਕਾਫੀ ਹੱਦ ਤੱਕ, ਕਿਉਂਕਿ ਮਾਈਕਰੋ ਤੱਕ ਪਹੁੰਚਣਾ ਨਾ, ਬਹੁਤ ਸੂਖਮ ਤੱਕ ਪਹੁੰਚਣਾ ਪਿਆ, ਕਦਮ ਘਰ ਤੱਕ ਪਹੁੰਚ ਜਾਣਾ, ਹਰੇਕ ਦੇ ਘਰ ਤੱਕ। ਜੇ ਆਪਣੇ ਆਪ ਵੀ ਕੋਈ ਆਪ ਨਹੀਂ ਆਉਂਦਾ ਨਾ ਟੈਸਟ ਕਰਾਉਣ ਲਈ, ਤੇ ਜੇ ਟੀਮ ਉਹਨਾਂ ਕੋਲ ਆਉਂਦੀ ਆ ਤਾਂ ਪਤਾ ਲੱਗ ਸਕਦਾ ਵੀ ਇਸ ਘਰ 'ਚ ਇੰਨੇ ਮੈਂਬਰ ਆ, ਇਹਨਾਂ ਨੂੰ ਆਹ ਸਿੰਪਟਮ ਆ, ਇਹਨਾਂ ਦੇ ਵਿੱਚ ਆਹ ਪਾਏ ਗਏ ਆ, ਤਾਂ ਜੇ ਕੋਈ ਕੁਆਰੰਟਾਈਨ ਕਰਨ ਵਾਲਾ ਬੰਦਾ ਉਹਨੂੰ ਕੁਆਰੰਟਾਈਨ ਕਰ ਸਕਦੇ ਆ, ਜੇ ਕਿਸੇ ਨੂੰ ਹਸਪੀਟਲ ਲਿਜਾਣ ਵਾਲਾ ਬੰਦਾ ਤਾਂ ਹਸਪੀਟਲ ਜਾ ਸਕਦੇ ਆ। ਇਸ ਕਰਕੇ ਉਹ ਤਾਰੀਫ ਕੀਤੀ ਆ ਪੰਜਾਬ ਦੀ, ਇਹ ਵਧੀਆ ਗੱਲ ਆ ਔਰ ਪੰਜਾਬ ਦੀ ਤਾਰੀਫ ਬਾਕੀਆਂ ਸਟੇਟਾਂ ਲਈ ਵੀ ਇੱਕ ਮਾਡਲ ਬਣ ਕੇ ਉਭਰੀ ਹੈ ਜੀ। ਦੂਸਰੀ ਗੱਲ ਉਹਨਾਂ ਨੇ ਜਿਹੜਾ ਮੋਦੀ ਪ੍ਰਧਾਨ ਮੰਤਰੀ ਉਹਨਾਂ ਨੇ ਕਹੀ ਆ ਕਿ ਅਰਥ ਵਿਵਸਥਾ ਦੀ ਗੱਲ, ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿੱਦਾਂ ਜਿੱਦਾਂ ਆਪਾਂ ਕਰੋਨਾ ਨੂੰ ਹਰਾਈ ਜਾਵਾਂਗੇ ਉਹਦਾ ਅਰਥ ਵਿਵਸਥਾ ਖੋਲੀ ਜਾਵਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਬਹੁਤ ਹੀ ਤਾਈਦ ਕੀਤੀ ਆ ਕਿ ਇਹਦੇ ਲਈ ਜਿਹੜਾ ਦਵਾਈ ਤਾਂ ਹਜੇ ਤੱਕ ਬਣੀ ਨਹੀਂ, ਨਾ ਹੀ ਅਜੇ ਕੋਈ ਨੀਅਰ ਫਿਊਚਰ 'ਚ ਕੋਈ ਭਵਿੱਖ 'ਚ ਇਹਦੇ ਆਸ ਦਿਖਦੀ ਆ। ਪਰ ਉਹਨਾਂ ਦਾ ਕਹਿਣਾ ਇਹੀ ਆ ਕਿ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣਾ ਔਰ ਸੈਨੀਟਾਈਜ਼ਰ ਯੂਜ਼ ਕਰਨਾ, ਇਹ ਜਿਹੜੇ ਦਿਸ਼ਾ ਨਿਰਦੇਸ਼ ਗਾਈਡਲਾਈਨਾਂ ਇਹਨਾਂ ਨੂੰ ਫੋਲੋ ਕਰਨ ਬਗੈਰ ਆਪਾਂ ਕਰੋਨਾ ਤੋਂ ਅੱਗੇ ਨਹੀਂ ਜਾ ਸਕਦੇ। ਨਹੀਂ ਤਾਂ ਸਾਡੇ ਤੋਂ ਕਰੋਨਾ ਤਾਂ ਪਹਿਲਾਂ ਹੀ ਅੱਗੇ ਚੱਲ ਰਿਹਾ ਹੈ ਤੇ ਉਹਨੇ ਤਾਂ ਮਾਤ ਪਾਉਣਾ ਹੀ ਪਾਉਣਾ। ਪਰ ਉਹ ਇਹ ਕਰਕੇ ਵੀ ਤਾਂ ਹੀ ਅਸੀਂ ਅਰਥ ਵਿਵਸਥਾ ਖੋਲ੍ਹਿਆ ਜਾ ਸਕਾਂਗੇ। ਉਹ ਸਟੇਟਾਂ ਨੂੰ, ਰਾਜਾਂ ਨੂੰ ਇਹੀ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਯਕੀਨੀ ਬਣਾਇਆ ਜਾਵੇ ਕਿ ਲੋਕ ਸਹਿਯੋਗ ਕਰਨ, ਲੋਕ ਆਪਣਾ ਆਪ ਧਿਆਨ ਰੱਖਣ। ਸਰਕਾਰਾਂ ਨੇ ਧਿਆਨ ਜਿੰਨਾ ਕੁ ਰੱਖਣਾ ਸੀ ਉਹ ਰੱਖ ਲਿਆ, ਹੋਰ ਇਸ ਤੋਂ ਵੱਧ ਉਹ ਬੰਦ ਨਹੀਂ ਕਰ ਸਕਦੇ ਸੀਗੇ। ਤੋਂ ਅਰਥ ਵਿਵਸਥਾ ਖੋਲ੍ਹਣਾ, ਕਿਉਂਕਿ ਕਾਫੀ ਹੱਦ ਤੱਕ ਵਪਾਰ ਬੰਦ ਪਿਆ, GDP ਨੀਅਰ ਅਬਾਊਟ 0 ਚਲ ਗਈ ਆ, ਇੰਪੋਰਟ ਐਕਸਪੋਰਟ ਬੰਦ ਪਿਆ ਆ, ਸਾਰਾ ਕੁਝ ਜੇ ਠੱਪ ਪਿਆ ਆ। ਬਾਕੀ ਮੁਲਕਾਂ ਨੇ ਵੀ ਇਸੇ ਤਰ੍ਹਾਂ ਹੌਲੀ ਹੌਲੀ ਖੋਲ੍ਹਿਆ ਤੇ ਭਾਰਤ ਨੂੰ ਵੀ ਗਾਹਾਂ ਤੁਰਦੇ ਹੋਏ ਖੋਲ੍ਹਣਾ ਪੈਣਾ ਆ। ਤੇ ਇਹਦੇ ਲਈ ਰਾਜਾਂ ਦਾ ਸਹਿਯੋਗ, ਫਿਰ ਉਹਦੇ ਤੋਂ ਬਾਅਦ ਜ਼ਿਲ੍ਹਿਆਂ ਦਾ, ਫਿਰ ਬਲਾਕ ਲੈਵਲ ਦਾ, ਫਿਰ ਪੰਚਾਇਤਾਂ ਦਾ, ਸਭ ਤੋਂ ਵੱਧ ਜਿਹੜਾ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਆ। ਜੇ ਆਪਾਂ ਦੇਸ਼ ਦੀ ਅਰਥ ਵਿਵਸਥਾ ਨੂੰ ਉਸ ਜਿਹੜੀ ਪਹਿਲਾਂ ਵਾਲੀ ਸਥਿਤੀ ਤੇ ਲਿਆਉਣਾ ਤਾਂ ਫਿਰ ਇਹ ਲੋਕਾਂ ਦਾ ਸਹਿਯੋਗ ਦੁਬਾਰਾ ਜ਼ਰੂਰੀ ਆ, ਤਾਂ ਹੀ ਆਪਾਂ ਕਰੋਨਾ ਨੂੰ ਮਾਤ ਪਾ ਸਕਾਂਗੇ। ਨਹੀਂ ਤਾਂ ਇਹ ਹੌਲੀ ਹੌਲੀ ਵਿਰਾਟ ਰੂਪ ਧਾਰਨ ਕਰ ਰਿਹਾ ਹੈ ਜੀ। ਅਸੀਂ ਗੱਲ ਕਰ ਰਹੇ ਸੀ ਅਰਥ ਵਿਵਸਥਾ ਦੀ, ਤਾਂ ਆਰਥਿਕ ਸਥਿਤੀ ਦੇ ਨਾਲ ਜੁੜੀ ਹੋਈ ਇੱਕ ਹੋਰ ਗੱਲ ਜਿਹੜੀ ਹੈ ਉਹ ਖਬਰ ਇਹ ਹੈ ਕਿ ਪਿਛਲੇ 10 ਦਿਨ ਤੋਂ ਲਗਾਤਾਰ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹਨਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੈਟਰੋਲ ਦੀ ਜੇ ਗੱਲ ਕਰੀਏ ਤਾਂ ਲਗਭਗ 5.5 ਰੁਪਏ ਪਿਛਲੇ 10 ਦਿਨਾਂ ਵਿੱਚ ਵੱਧ ਚੁੱਕਾ ਔਰ ਡੀਜ਼ਲ ਜਿਹੜਾ ਹੈ ਉਹ ਲਗਭਗ 6 ਰੁਪਏ ਮਹਿੰਗਾ ਹੋ ਚੁੱਕਾ ਹੈ। ਕਿਸ ਤਰ੍ਹਾਂ ਵੇਖਦੇ ਹੋ ਇਸ ਖਬਰ ਨੂੰ? ਇਹ ਜਦੋਂ ਕਰੋਨਾ ਦੇ ਮਾਰ ਦੇ ਵਿੱਚ ਲੋਕ ਪਹਿਲਾਂ ਹੀ ਝੰਬੇ ਹੋਏ ਹਨ ਆਰਥਿਕ ਤੌਰ ਤੇ, ਉਹਨਾਂ ਦੇ ਉੱਤੇ ਇਹੋ ਜਿਹਾ ਪੈਟਰੋਲ ਜਾਂ ਡੀਜ਼ਲ ਬੰਬ ਸੁੱਟਣਾ ਇਹ ਕਾਫੀ ਹੱਦ ਤੱਕ ਚਿੰਤਾਦਾਇਕ ਗੱਲ ਹੈ। ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ, ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ, ਨਾ ਕਿ ਤੇਲ ਦੀਆਂ ਕੀਮਤਾਂ ਵਧਾ ਕੇ। ਪਰ ਜਦੋਂ ਆਪਾਂ ਪਿੱਛੇ ਦੇਖਿਆ ਜਾਵੇ, ਥੋੜ੍ਹੀ ਝਾਤ ਮਾਰੀ ਹੈ ਤਾਂ ਅਮਰੀਕਾ ਦਾ ਜਦੋਂ ਸਾਊਥ ਕੋਰੀਆ ਨਾਲ ਜਾਂ ਈਰਾਨ ਨਾਲ ਪੰਗਾ ਪਿਆ ਸੀ, ਨਾਰਥ ਕੋਰੀਆ ਨਾਲ ਸੌਰੀ, ਤੇ ਈਰਾਨ ਨਾਲ ਪੰਗਾ ਪਿਆ ਸੀ, ਤਾਂ ਉਦੋਂ ਇਹ ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀ ਕੀਮਤ ਵਰਲਡ ਲੈਵਲ ਤੇ 0 ਤੋਂ ਵੀ ਹੇਠਾਂ ਆ ਗਈਆਂ ਸੀ। ਉਦੋਂ ਇਹ ਕੀਮਤਾਂ ਬਿਲਕੁਲ ਸਥਿਰ ਰਹਿ ਗਈਆਂ ਸੀ। ਕੰਪਨੀਆਂ ਨੇ ਕੁਛ ਨਾ ਵਧਾਇਆ ਸੀ ਨਾ ਘਟਾਇਆ ਸੀ, ਕਾਫੀ ਦੇਰ ਤੱਕ ਇੱਕ ਥਾਂ ਹੀ ਟਿਕੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਸਰਕਾਰਾਂ ਨੂੰ ਜਦੋਂ, ਕਿਉਂਕਿ ਅਰਥ ਵਿਵਸਥਾ ਡਾਵਾਡੋਲ ਹੋਈ ਪਈ ਸੀ, ਤਾਂ ਕੁਛ ਨਾ ਕੁਛ ਸਰਕਾਰ ਨੂੰ ਆਮਦਨ ਵੀ ਚਾਹੀਦੀ ਹੁੰਦੀ ਆ। ਤੇ ਸਰਕਾਰ ਨੇ ਉਹ 10% ਜਿਹੜਾ 10 ਰੁਪਏ ਟੈਕਸ ਵਧਾਤਾ ਸੀਗਾ, ਔਰ ਨਾਲ ਇਹ ਵੀ ਕਿਹਾ ਸੀਗਾ ਵੀ ਇਸ ਦਾ ਬੋਝ ਆਮ ਲੋਕਾਂ ਤੇ ਨਹੀਂ ਪਵੇਗਾ, ਕੰਪਨੀਆਂ ਨੂੰ ਦੇਣਾ ਪਵੇਗਾ। ਪਰ ਹੁਣ ਕੰਪਨੀਆਂ ਦੀ ਦੇਖ ਲਓ ਹਾਲਤ ਪਏ, ਉਹ 10 ਰੁਪਏ ਉਹਨਾਂ ਨੇ ਜਿਹੜਾ ਉਧਰ ਸਰਕਾਰ ਨੂੰ ਦਿੱਤਾ ਸੀਗਾ, ਉਹ ਹੌਲੀ ਹੌਲੀ ਜਿਵੇਂ ਤੁਸੀਂ ਦੱਸ ਰਹੇ ਹੋ ਪਿਛਲੇ 5-10 ਦਿਨਾਂ 'ਚ 5.5-6 ਰੁਪਏ ਤੱਕ ਵਧਾ ਲਿਆ ਆ, ਤਾਂ ਹੌਲੀ ਹੌਲੀ 10 ਰੁਪਏ ਤੱਕ ਵੀ ਪਹੁੰਚ ਜਾਊਗੇ। ਸੋ ਇਹ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਦੇ ਜਿਹੜੇ ਝੰਬੇ ਹੋਏ ਲੋਕਾਂ ਦੇ ਉੱਤੇ ਜਿਹੜਾ ਆਰਥਿਕ ਬੋਝ ਪੈ ਰਿਹਾ ਆ, ਉਹਨਾਂ ਦੇ ਵਿੱਚ ਜੇ ਰਾਹਤ ਆਪਾਂ ਦਿੱਤੀ ਜਾ ਸਕਦੀ ਹੈ ਤਾਂ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਘਟਾ ਕੇ ਜਾਂ ਸਥਿਰ ਰੱਖ ਕੇ ਕੀਤੀ ਜਾਵੇ। ਰੋਜ਼ਾਨਾ ਜਿਹੜੀ ਵਧਾਉਣੀਆਂ ਉਹ ਹੋਰ ਵੀ ਮੁਸ਼ਕਿਲਾਂ ਨੂੰ ਵਾਧਾ ਕਰ ਰਿਹਾ ਜੀ। रुख कर लेने अगली खबर दे वल। खेती मंडीकरण ऑर्डीनेंस की गल जी है लगातार चल रही सी, पर जड़ियाँ किसान जत्थेबंदियां ने उन्हां विच इस ऑर्डीनेंस नूं लैके खासा जड़ा है रोस जड़ा है वो नज़र आ रहा है। तो जिथों तक राजनीतिक पार्टियां की गल है तो उन्हां दा इहदे उत्ते अपना अपना नज़रिया है। तुसीं किस तरह देख रहे हो इस खबर नूं? एक केंद्र सरकार ने पिछे जे कैबिनेट दे विच 2-3 ऑर्डीनेंस जारी कीते सी खेती संबंधी, जिहदे विच इह तौखड़ा मुड़ के प्रगटाया जा रहा सीगा कि सेंटर शायद MSP जिहड़ा घट्टो घट्ट समर्थन मुੱਲ आ फसलों का ਉਹ ਬੰਦ ਕਰ ਦੇਵੇਗਾ। ਉਹਦੇ
ਤੇ ਕਾਫੀ ਰੌਲਾ ਰੱਪਾ ਪਿਆ, ਕਾਫੀ ਕਿਸਾਨ ਜਥੇਬੰਦੀਆਂ ਨੇ ਰੌਲਾ ਪਾਇਆ। ਫਿਰ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਜਿਹੜੇ ਤੋਮਰ ਸਾਹਿਬ ਆ, ਉਹਨਾਂ ਦਾ ਬਿਆਨ ਆਇਆ ਸੀਗਾ ਕਿ MSP ਖਤਮ ਕਰਨ ਦਾ ਸੈਂਟਰ ਦਾ ਕੋਈ ਇਰਾਦਾ ਨਹੀਂ, ਕੋਈ ਮਨਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਜਿਹੜੇ ਸਾਡੇ ਸੀਨੀਅਰ ਆਗੂ ਆ ਭਾਜਪਾ ਦੇ ਔਰ ਸੈਂਟਰ ਦੇ ਵਿੱਚ ਗਡਕਰੀ ਸਾਹਿਬ ਆ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਹਿਤਾ ਸੀਗਾ ਕਿ ਸ਼ਾਇਦ ਉਹਨਾਂ ਨੂੰ ਉਹ ਬਾਅਦ ਚ ਪਤਾ ਲੱਗਾ ਵੀ ਮੇਰੇ ਜਿਹੜੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ, ਪਰ ਉਹਨਾਂ ਦਾ ਜਿਹੜਾ ਸੰਦਰਭ ਇਹ ਕੱਢਿਆ ਗਿਆ ਸੀਗਾ ਵੀ ਉਹ ਕਹਿ ਰਹੇ ਸੀਗੇ ਕਿ ਸਾਡਾ ਜਿਹੜਾ MSP ਆ ਇਹ ਅਸੀਂ ਬਾਕੀ ਇੰਟਰਨੈਸ਼ਨਲ ਲੈਵਲ ਦੀਆਂ ਕੀਮਤਾਂ ਤੋਂ ਕਿਤੇ ਵੱਧ ਭਾਅ ਦੇ ਰਹੇ ਆ। ਉਸ ਤੋਂ ਬਾਅਦ ਫਿਰ ਇਹਦਾ ਵਿਰੋਧ ਹੋ ਗਿਆ, ਪਰ ਇਹ ਕਾਫੀ ਹੱਦ ਤੱਕ ਕਿਸਾਨਾਂ ਲਈ ਸਹੀ ਸਾਬਤ ਨਹੀਂ ਹੋ ਸਕਦਾ। ਜੇ ਕੇਂਦਰ ਨੂੰ ਵੀ ਇਹ ਚਾਹੀਦਾ ਹੈ ਕਿ ਕਿਸਾਨਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ, ਈਵਨ ਕਿ ਜਿਹੜੀ ਸਿਆਸੀ ਪਾਰਟੀਆਂ ਉਹਨਾਂ ਨੂੰ ਵੀ ਆਪਣੇ ਭਰੋਸੇ ਵਿੱਚ ਲੈ ਕੇ ਇਹ ਕਦਮ ਚੁੱਕਣੇ ਚਾਹੀਦੇ ਆ, ਕਿਉਂਕਿ ਕਿਸਾਨ ਜੋ ਹੈ ਇਹ ਅੰਨਦਾਤਾ ਮੰਨਿਆ ਗਿਆ ਹੈ ਔਰ ਦੇਸ਼ ਦਾ ਜਿਹੜੀ ਕਾਫੀ ਹੱਦ ਤੱਕ ਜਿਹੜੀ 80% ਜਿਹੜੀ ਆਰਥਿਕ ਵਿਵਸਥਾ ਆ ਉਹ ਆਪਣੀ ਖੇਤੀਬਾੜੀ 'ਤੇ ਨਿਰਭਰ ਹੈ। ਸਭ ਤੋਂ ਵੱਧ ਕਿਸਾਨਾਂ ਵੱਲੋਂ ਪੈਦਾ ਕੀਤੀ ਉਪਜ ਜਿਹੜੀ ਪੂਰੇ ਦੇਸ਼ ਵਿੱਚ ਜਾਂਦੀ ਹੈ। ਜੇ ਇਹੋ ਜਿਹਾ ਕੋਈ ਕਦਮ ਉਠਾਇਆ ਜਾਂ ਉਠਾਉਣ ਵਾਲੇ ਵੀ ਹਨ ਤੇ ਚਾਹੀਦਾ ਆ ਕਿ ਉਹ ਕਿਸਾਨਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ, ਸੂਬਿਆਂ ਨੂੰ ਆਪਣੇ ਵਿਸ਼ਵਾਸ ਲੈ ਕੇ ਤੇ ਪਲੱਸ ਜਿਹੜੀਆਂ ਆਮ ਵਿਰੋਧੀ ਪਾਰਟੀਆਂ ਜਾਂ ਹੋਰ ਪਾਰਟੀਆਂ ਨੂੰ ਵਿਸ਼ਵਾਸ ਲੈ ਕੇ ਕੋਈ ਕਦਮ ਉਠਾਉਣਾ ਬਣਦਾ ਜੀ। ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦੇ ਵੱਲ। CISE ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਉਹਨਾਂ ਦੇ ਮੁਤਾਬਿਕ ਜਿਹੜੀਆਂ ਪੈਂਡਿੰਗ ਪ੍ਰੀਖਿਆਵਾਂ ਨੇ ਉਹ ਹੁਣ ਦੇਣੀਆਂ ਜ਼ਰੂਰੀ ਨਹੀਂ ਨੇ ਔਰ ਜਿਹੜਾ ਰਿਜ਼ਲਟ ਹੈ, ਜਿਹੜਾ ਉਹਨਾਂ ਦਾ परिणाम ਹੈ ਪ੍ਰੀਖਿਆ ਦਾ, ਉਹ ਪ੍ਰੀ ਬੋਰਡ ਦੇ ਉੱਤੇ ਆਧਾਰ ਦੇ ਹਿਸਾਬ ਨਾਲ ਦਿੱਤਾ ਜਾਏਗਾ। ਨਾਲ ਇੱਕ ਜੁੜਦੀ ਖਬਰ ਹੋਰ ਵੀ ਹੈ ਕਿ ਕੇਂਦਰ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਸਕੂਲਾਂ ਲਈ ਕਿ ਆਨਲਾਈਨ ਕਲਾਸਿਸ ਦਾ ਸਮਾਂ ਜਿਹੜਾ ਉਹ ਤੈਅ ਕੀਤਾ ਜਾਵੇ ਤਾਂ ਕਿ ਜ਼ਿਆਦਾ ਦੇਰ ਜਿਹੜਾ ਗੈਜਟ ਦਾ ਯੂਜ਼ ਵਿਦਿਆਰਥੀ ਨਾ ਕਰਨ। ਇਹ ਵੀ ਇੱਕ CISE ਵੱਲੋਂ ਇਹ ਇੱਕ ਰਾਹਤ ਵਾਲੀ ਗੱਲ ਹੈ ਵਿਦਿਆਰਥੀਆਂ ਲਈ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਉਹਨਾਂ ਨੂੰ ਲਾਕਡਾਊਨ ਦੇ ਦੌਰਾਨ ਔਰ ਉਸ ਤੋਂ ਅਗਲੇ ਪੀਰੀਅਡ ਦੌਰਾਨ ਇੰਨਾ ਲੰਮਾ ਸਮਾਂ ਸਕੂਲ ਕਾਲਜ ਬੰਦ ਪਏ ਆ, ਜਿਹੜਾ ਕਿ ਉਹਨਾਂ ਨੂੰ ਮੇਰੇ ਖਿਆਲ ਆ ਵੀ ਕਈ ਜਿਹੜੇ ਵਿਦਿਆਰਥੀ ਆਪਣੇ ਤੌਰ ਤੇ ਪੜ੍ਹਦੇ ਹੋਣਗੇ ਤੇ ਹੁਸ਼ਿਆਰ ਹੋਣਗੇ ਤੇ ਸ਼ਾਇਦ ਪੜ੍ਹਾਈ ਜਾਰੀ ਰੱਖਣਗੇ, ਨਹੀਂ ਤਾਂ ਆਮ ਬੱਚਿਆਂ ਨੂੰ ਇਹ ਹੁੰਦੀ ਆ ਵੀ ਛੁੱਟੀ ਵਾਲਾ ਮਾਹੌਲ ਹੈ, ਕਿਹੜੀ ਗੱਲ ਆ ਨਾ। ਤੇ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕਿਹਾ ਸੀਗਾ ਵੀ ਪੇਪਰ ਲਏ ਜਾਣਗੇ ਤੇ ਜਿਹੜੇ ਰਹਿੰਦੇ ਕੁਝ ਲੈ ਲਏ ਸੀ ਪੇਪਰ, ਬਕਾਇਆ CBSE ਨੇ ਵੀ ਲੈ ਲਏ ਸੀ, CISE ਨੇ ਲੈ ਲਏ ਸੀਗੇ। ਪਰ ਹੁਣ ਜਦੋਂ ਉਹਨਾਂ ਨੇ ਇੱਕ ਰਾਹਤ ਦਿੱਤੀ ਆ ਵੀ ਚਲੋ ਜੇ ਕਿਸੇ ਦਾ ਇੱਕ ਅੱਧਾ ਪੇਪਰ ਰਹਿੰਦਾ ਵੀ ਆ ਤਾਂ ਅਸੀਂ ਉਹ ਪ੍ਰੀ ਬੋਰਡ ਦੇ ਐਗਜ਼ਾਮ ਜਿਹੜੇ ਦਿੱਤੇ ਹੋਏ ਸੀ ਉਹਦੇ ਹਿਸਾਬ ਨਾਲ ਦੇ ਲਾਂਗੇ। ਹੈ ਤਾਂ ਰਾਹਤ ਵਾਲੀ ਗੱਲ ਬੱਚਿਆਂ ਲਈ, ਸਟੂਡੈਂਟ ਲਈ, ਵਿਦਿਆਰਥੀਆਂ ਲਈ, ਪਰ ਉਹ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਵੀ ਸਾਨੂੰ ਚਲੋ ਕੋਈ ਨਹੀਂ ਪ੍ਰੀ ਬੋਰਡ ਰਾਮ ਨਾਲ ਪੇਪਰ ਮਿਲ ਜਾਊਗੇ। ਉਹਨਾਂ ਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੋ ਸਕਦਾ ਇਹ ਸਕੂਲ ਕਾਲਜਾਂ ਦਾ ਜਿਹੜਾ ਬੰਦੀ ਆ ਹੋਰ ਲੰਬਾ ਸਮਾਂ ਚੱਲੇ ਔਰ ਆਨਲਾਈਨ ਹੀ ਪੜ੍ਹਾਈ ਕਰਨੀ ਪੈਣੀ ਆ, ਜਿਸ ਦਾ ਕਿ ਆਮ ਦੇਖਣ ਨੂੰ ਮਿਲ ਰਿਹਾ, ਕੋਈ ਅਗਸਤ 'ਚ ਕਹਿ ਰਿਹਾ ਤੇ ਕੋਈ ਸਤੰਬਰ 'ਚ ਕਹਿ ਰਿਹਾ ਸਕੂਲ ਦਾ, ਕਿਉਂਕਿ ਬੱਚਿਆਂ ਦੇ ਵਿੱਚ ਜਿਹੜੀ ਇਹਨੂੰ ਕਰੋਨਾ ਦੇ ਖਿਲਾਫ ਜਿਹੜੀ ਗਾਈਡਲਾਈਨ ਪਾਲਣ ਕਰਨ ਦੀ ਜਿਹੜੀ ਸਮਰੱਥਾ ਉਨੀ ਹੁੰਦੀ ਨਹੀਂ ਆ, ਨਾ ਹੀ ਉਹਨਾਂ ਨੂੰ ਇਹ ਤੇ ਜਬਰੀ ਆਪਾਂ ਕਹਿ ਕਰਾ ਸਕਦੇ ਉਹਦੇ ਨਾਲ ਵੀ ਇਹਨੂੰ ਪਾਲਣ ਕਰੋ। ਤੇ ਉਹਦੇ 'ਚ ਵਿਦਿਆਰਥੀਆਂ ਨੂੰ ਇਹ ਚਾਹੀਦਾ ਵੀ ਇਸ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਵੀ ਸਾਨੂੰ ਪਹਿਲੇ ਨੰਬਰ ਮਿਲ ਜਾਣੇ ਆ, ਕੋਈ ਗੱਲ ਨਹੀਂ ਹੈਗੀ। ਪਰ ਜੇ ਪ੍ਰੀ ਬੋਰਡ ਵਾਲਿਆਂ ਨੇ, ਜੇ ਬੋਰਡ ਵਾਲਿਆਂ ਇਸ ਤਰ੍ਹਾਂ ਕੀਤਾ ਵੀ ਹੈ, ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਸ ਤਰੀਕੇ ਨਾਲ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਇਹ ਆਨਲਾਈਨ ਪ੍ਰੀਖਿਆ ਦੇ ਸਕਣ, ਤਾਂ ਕਿ ਉਹਨਾਂ ਦੀ ਜਿਹੜੀ ਉਹ ਕੈਪੇਬਿਲਿਟੀ, ਜਿਹੜੀ ਉਹਨਾਂ ਦੀ ਸਮਰੱਥਾ ਉਹ ਜਗਜਾਰ ਹੋ ਸਕੇ। ਉਸ ਤੋਂ ਬਾਅਦ ਵਾਲੀ ਗੱਲ ਤੁਸੀਂ ਆਨਲਾਈਨ ਗੱਲ ਕੀਤੀ ਆ ਵੀ ਜੇ ਆਪਾਂ ਬੱਚਾ ਲਗਾਤਾਰ ਜੇ ਗੇਮਾਂ ਦੁਆਲੇ ਵੀ ਆਪਾਂ ਲੱਗਦੇ ਦੇਖਦੇ ਆ ਬੱਚੇ ਨੂੰ, ਤਾਂ ਵੀ ਆਪਾਂ ਕਹਿ ਦਿੰਦੇ ਵੀ ਅੱਖਾਂ ਖਰਾਬ ਹੋ ਜਾਣਗੀਆਂ ਜਾਂ ਮੈਂਟਲੀ ਪ੍ਰਭਾਵ ਗਲਤ ਪਵੇਗਾ। ਤੇ ਉਸੇ ਤਰੀਕੇ ਨਾਲ ਇਹ ਸੈਂਟਰ ਜਿਹੜੇ ਗਾਈਡਲਾਈਨਸ ਆਈ ਆ ਵੀ ਜੇ ਲੰਮਾ ਸਮਾਂ ਆਨਲਾਈਨ ਬੱਚਾ ਪੜ੍ਹਾਈ ਕਰਦਾ ਤਾਂ ਉਹਨਾਂ ਦੇ ਦਿਮਾਗ ਦੇ ਉੱਤੇ, ਉਹਨਾਂ ਦੇ ਦਿਲ ਦੇ ਉੱਤੇ ਔਰ ਉਹਨਾਂ ਦੀ ਅੱਖਾਂ ਦੇ ਉੱਤੇ ਅਸਰ ਪੈਂਦਾ ਆ। ਇਹਦੇ ਲਈ ਕੁਝ ਸੀਮਤ ਸਮਾਂ ਚਾਹੀਦਾ ਹੈ, ਇੰਨੇ ਸਮੇਂ ਦੇ ਵਿੱਚ ਹੀ ਪੜ੍ਹਾਈ ਕਰਨੀ ਆ, ਉਸ ਤੋਂ ਬਾਅਦ ਨਹੀਂ ਕਰਨੀ ਆ। ਇਹ ਚੰਗੀ ਗੱਲ ਆ, ਬੱਚਿਆਂ ਦੇ ਅਸਰ ਵਾਲੀ ਗੱਲ ਹੈ, ਬੱਚਿਆਂ ਨੂੰ ਫਾਇਦੇ ਵਾਲੀ ਗੱਲ ਹੈ ਜੀ। ਸੋ ਜਾਂਦੇ ਜਾਂਦੇ ਇੱਕ ਆਖਰੀ ਖਬਰ ਜਿਹੜੀ ਆ ਉਹ ਲੈ ਰਹੇ ਹਾਂ। ਹਰਿਆਣਾ ਡੰਪ ਦੇ ਕਲੀਅਰੈਂਸ ਪ੍ਰੋਜੈਕਟ ਦੀ ਗੱਲ ਲਗਾਤਾਰ ਚੱਲ ਰਹੀ ਸੀ, ਪਰ ਇੱਕ ਵੱਡਾ ਕੂੜੇ ਦਾ ਡੰਪ ਜਿਹੜਾ ਹੈ ਔਰ ਕਿੰਨੇ ਲੱਖ ਮੀਟ੍ਰਿਕ ਟਨ ਕੂੜਾ ਜਿਹੜਾ ਇਕੱਠਾ ਹੋ ਗਿਆ, ਵਾਤਾਵਰਨ ਦੇ ਹਿਸਾਬ ਨਾਲ ਕਿਸ ਤਰ੍ਹਾਂ ਵੇਖਦੇ ਹੋ? ਇਹ ਮੈਂ ਦੇਖੀ ਸੀ ਰਿਪੋਰਟ, ਇਹਦੀ ਬੜੀ ਹੈਰਾਨੀ ਵਾਲੀ ਗੱਲ ਆ ਵੀ 6 ਮੰਜ਼ਿਲਾ ਉੱਚਾ ਇੱਕ ਡੰਪ ਬਣ ਗਿਆ, ਉਹ ਵੀ ਜਲੰਧਰ ਸ਼ਹਿਰ ਦੇ ਵਿੱਚ, ਜਿਸ ਦੇ ਬਾਰੇ ਕਿ ਪਿਛਲੇ ਕਈ ਸਾਲਾਂ ਤੋਂ ਇਹਦਾ ਇੱਕ ਪ੍ਰੋਜੈਕਟ ਸ਼ੁਰੂ ਹੋਣ ਬਾਰੇ, ਨਾ ਹੋਣ ਬਾਰੇ ਰੌਲਾ ਰੱਪਾ ਪੈਂਦਾ ਆ ਰਿਹਾ ਸੀਗਾ ਵੀ ਹਰਿਆਣਾ ਡੰਪ ਜਿਹੜਾ ਉਹਦੇ ਲਈ ਪ੍ਰੋਜੈਕਟ ਬਣਾਉਣਾ, ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਬਣਾਉਣਾ ਬਣਦਾ ਸੀਗਾ। ਪਰ ਉਹ ਕਿਉਂ ਲਟਕ ਗਿਆ, ਕਿਉਂ ਇੰਨਾ ਸਮਾਂ ਲੱਗ ਗਿਆ ਵੀ ਇਹ ਡੰਪ ਜਿਹੜਾ 6 ਮੰਜ਼ਿਲਾ ਉੱਚਾ ਚਲੇ ਗਿਆ। ਪਰ ਇਹ ਦੇਖਣ ਵਾਲੀ ਗੱਲ ਇਹ ਵੀ ਆ ਵੀ ਹੁਣ ਇਸ ਡੰਪ ਨੂੰ ਹਟਾਉਣ ਲਈ 60 ਕਰੋੜ ਦਾ ਖਰਚਾ ਆਉਣਾ ਆ। ਮੇਰੇ ਖਿਆਲ ਉਹਨਾਂ ਉਹ ਪ੍ਰੋਜੈਕਟ ਤੇ ਨਹੀਂ ਸੀ ਆਉਣਾ ਜਿੰਨਾ ਕਿ
ਇਸ ਨੂੰ ਹਟਾਉਣ ਤੇ ਆ ਜਾਣਾ ਆ। ਜੀ। ਇਹਦੇ ਵੱਲ ਸਰਕਾਰਾਂ ਨੂੰ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ। ਜੇ ਕੋਈ ਪ੍ਰੋਜੈਕਟ ਸ਼ੁਰੂ ਕੀਤਾ ਉਹਨੂੰ ਸਮੇਂ ਸਿਰ ਨਿਭਾਉਣਾ ਚਾਹੀਦਾ ਆ, ਤਾਂ ਕਿ ਇਹਦੀ ਜਿਹੜੀ ਕੀਮਤ ਆਉਣ ਵਾਲੇ ਸਮੇਂ 'ਚ ਵੱਧ ਜਾਣੀ ਆ। ਜੇ ਵੱਧ ਗਈ ਆ ਤਾਂ ਹੁਣ ਦੇਖੋ ਉਹਦਾ ਪਹਿਲਾਂ 60 ਕਰੋੜ ਤੋਂ ਉਹਨੂੰ ਹਟਾਉਣ ਲਈ ਕਰਨਗੇ, ਫਿਰ ਉਹਦਾ ਜੋ ਪ੍ਰੋਜੈਕਟ ਲਾਉਣਾ ਆ ਉਹਦੇ ਤੇ ਕਿੰਨਾ ਖਰਚਾ ਆਉਣਾ ਆ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਆ ਆਮ ਲੋਕਾਂ ਲਈ, ਕਿਉਂਕਿ ਹੁਣ ਤਾਂ ਉੱਥੇ ਜਿਹੜੀ ਖੇਤੀਬਾੜੀ ਆ ਨਾਲ ਲੱਗਦੀ ਆ ਆਮ ਕਿਸਾਨਾਂ ਦੀ, ਉਹਨਾਂ ਦੇ ਵੀ ਜਦੋਂ ਉਹਦੀ ਰਸਾਇਣਾਂ ਨਿਕਲਦੀਆਂ, ਉਹਦੀਆਂ ਕੈਮੀਕਲਸ ਨਿਕਲਦੇ ਆ, ਉਹ ਖੇਤਾਂ 'ਚ ਆ ਕੇ ਜੰਮ ਜਾਂਦੇ ਆ, ਜਿਹਦੇ ਨਾਲ ਫਸਲ ਬਰਬਾਦ ਹੋ ਜਾਂਦੀ ਆ। ਇਸ ਕਰਕੇ ਮੇਰੇ ਖਿਆਲ ਆ ਮੈਂ ਉਹਦੇ ਆਲੇ ਦੁਆਲੇ ਤੇ ਉਹਨਾਂ ਨੇ ਮੱਕੀ ਦੀ ਫਸਲ ਪਹਿਲਾਂ ਬੀਜ ਕੇ ਆਪਣਾ ਫਾਇਦਾ ਕੱਢ ਲਿਆ ਆ, ਪਰ ਇਹਨੂੰ ਜਲਦੀ ਤੋਂ ਜਲਦੀ ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸਰਕਾਰ ਨੂੰ। ਜੀ, ਸੋ ਖਬਰਾਂ ਦਾ ਸਿਲਸਿਲਾ ਖਾਸ ਖਬਰ ਇੱਕ ਨਜ਼ਰ 'ਚ ਇੱਥੇ ਹੀ ਖਤਮ ਹੁੰਦਾ ਹੈ। ਸਰ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਨੂੰ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਦਰਸ਼ਕਾਂ ਦਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।